जान ਤਾਂ ਅੱਜ ਜਿਹੜਾ ਆਪਾਂ ਪੋਲੀਟੀਕਲ ਦਾ ਜਿਹੜਾ ਫਸਟ ਲੈਕਚਰ ਆ ਉਹ ਜਿਹੜਾ ਕਵਰ ਕਰਾਂਗੇ, ਜਿਹਦੇ ਵਿੱਚ ਅਸੀਂ ਸੰਵਿਧਾਨ ਦੇ ਬੇਸ ਬਾਰੇ, ਸੰਵਿਧਾਨ ਕਦੋਂ ਬਣਿਆ, ਕਦੋਂ ਬਣ ਕੇ ਤਿਆਰ ਹੋਇਆ ਤੇ ਕਿਹੜੇ-ਕਿਹੜੇ ਜਿਹੜੇ ਇਸ ਦੇ ਵਿੱਚ ਮੀਟਿੰਗਸ ਹੋਈਆਂ ਜਾਂ ਕਿੰਨੀਆਂ ਕਮੇਟੀਆਂ ਬਣੀਆਂ ਜਿਨ੍ਹਾਂ ਨੇ ਸੰਵਿਧਾਨ ਬਣਾਉਣ ਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕੀਤਾ ਗਾ। ठीक है, सब तो पहले आप थोड़ा जिहा बेस देखते हैं भी संविधान बनाने की लोड़ क्यों पई। जेकर देखिए अंग्रेज़ों तो पहलों का समा, उस समय जिहड़ा भारत दे विच एक राजतंत्र, आपां राजतंत्र राजे सी कह सकते हैं, जिवें बाबर, हुमायूं, अकबर, इस तरह का जिहड़ा सिस्टम चलदा सी कि राजे का हुक्म ही जिहड़ा सब कुछ हुंदा सीगा। बट असीं जाणदे हां सारे कि साडे ते एक लम्मा समा जिहड़ा अंग्रेज़ों ने राज कीता। 31 दसंबर 1600 के लगभग जिहड़ी ईस्ट इंडिया कंपनी जिहड़ी भारत दे विच ਵਪਾਰ ਦੇ ਉਦੇਸ਼ ਨੂੰ ਲੈ ਕੇ ਆਈ ਸੀ, ਜਿਹੜੀ ਕਿ 15 ਸਾਲਾਂ ਦੇ ਵਪਾਰ ਨੂੰ ਲੈ ਕੇ ਆਈ ਸੀ ਕਿ ਅਸੀਂ ਜਿਹੜਾ ਪੂਰਬੀ ਦੇਸ਼ਾਂ ਨਾਲ ਵਪਾਰ ਕਰਨਾਗਾ। ਪਰ ਹੌਲੀ ਹੌਲੀ ਕੀ ਕੀਤਾ, ਇੱਥੇ ਕਬਜ਼ਾ ਉਸਨੇ ਜਮਾ ਲਿਆ ਸੀਗਾ। ਤਾਂ ਅੰਗਰੇਜ਼ਾਂ ਨੇ ਕੀ ਕੀਤਾ, ਜਿਹੜੇ ਸਾਡੇ ਬ੍ਰਿਟਿਸ਼ ਸੀ ਉਹਨਾਂ ਨੇ ਇੱਥੇ ਆ ਕੇ ਇੱਕ ਵਧੀਆ ਸ਼ਾਸਨ ਵਿਵਸਥਾ, ਇੱਕ ਕਾਨੂੰਨ ਜਿਹੜਾ ਉਹ ਇੱਥੇ ਸ਼ੁਰੂ ਕੀਤਾਗਾ। ਕਿਉਂਕਿ ਜਿਹੜੇ ਭਾਰਤੀ ਲੋਕ ਕੀ ਸੀ, ਜਿਹੜੇ ਕਾਫੀ ਰੂੜੀਵਾਦੀ ਲੋਕ ਸੀ, ਇਹ ਜਿਹੜੇ ਜਾਦੂ ਟੋਣਿਆਂ, ਬਲੀਆਂ, ਜੱਗਾਂ, ਇਸ ਤਰ੍ਹਾਂ ਦਾ ਜਾਂ ਭਰੂਣ ਹੱਤਿਆ ਜਾਂ ਫਿਰ ਸਤੀ ਪ੍ਰਥਾ ਆਦਿ ਬੁਰਾਈਆਂ ਦਾ ਜਿਹੜਾ ਇੱਥੇ ਕਾਫੀ ਬੋਲਬਾਲਾ ਰਿਹਾ ਗਾ। ਤਾਂ ਅੰਗਰੇਜ਼ਾਂ ਨੇ ਕੀ ਕੀਤਾ, ਇੱਥੇ ਹੌਲੀ ਹੌਲੀ ਡਿਵੈਲਪਮੈਂਟ ਸ਼ੁਰੂ ਕੀਤੀ। ਇੱਥੇ ਰੇਲਵੇ ਲਾਈਨਾਂ ਵਸਾਈਆਂ, ਨਹਿਰਾਂ ਕੱਢੀਆਂ ਅਤੇ ਇੱਥੇ ਆ ਜਿਹੜਾ ਅਦਾਲਤਾਂ ਸਥਾਪਿਤ ਕੀਤੀਆਂ, ਨਿਆਂ ਦੇਣ ਲੱਗੇ। ਤਾਂ ਹੌਲੀ ਹੌਲੀ ਕਹਿਣ ਦਾ ਭਾਵ ਅੰਗਰੇਜ਼ਾਂ ਨੇ ਆਪਣਾ ਜਿਹੜਾ ਇੱਥੇ ਕਾਨੂੰਨੀ ਵਿਵਸਥਾ ਜਿਹੜੀ ਸਥਾਪਿਤ ਕਰਤੀ। ਤਾਂ ਜੇਕਰ ਦੇਖਿਆ ਜਾ ਆਪਾਂ ਕਾਨੂੰਨੀ ਵਿਵਸਥਾ ਜਿਹੜੀ ਪਹਿਲੀ ਐਗਜ਼ਾਮਪਲ ਮਿਲਦੀ ਆ ਉਹ ਕਿੱਥੇ ਮਿਲਦੀ ਆ, ਉਹ ਸਾਨੂੰ ਮਿਲਦੀ ਆ ਜਿਹੜਾ ਇਹਨਾਂ ਦਾ ਐਕਟ ਆਇਆ ਸੀਗਾ 1773 ਦਾ ਰੈਗੂਲੇਟਿੰਗ ਐਕਟ, ਉਹ ਜਿਹੜਾ ਇਹਨਾਂ ਦਾ ਪਹਿਲਾ ਕਾਨੂੰਨ ਸੀਗਾ। ਤਾਂ ਉਸ ਤੋਂ ਬਾਅਦ 1793, 1813, 33, 53 ਕਹਿਣ ਦਾ ਭਾਵ ਅਨੇਕਾਂ ਹੀ ਜਿਹੜੇ ਐਕਟ ਆ ਜਿਹੜੇ ਅੰਗਰੇਜ਼ਾਂ ਦੇ ਜਿਹੜੇ ਆਏ ਨੇ, ਜਿਨ੍ਹਾਂ ਨੂੰ ਆਪਾਂ ਅੱਗੇ ਜਾ ਕੇ ਐਕਸਪਲੇਨ ਕਰਾਂਗੇ। ਤਾਂ ਉਹਨਾਂ ਦੇ ਵਿੱਚ ਠੀਕ ਆ ਜਿਹੜੀਆਂ ਸ਼ਾਸਨ ਦੀ ਜਿਹੜੀ ਵਿਵਸਥਾ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਕੀ ਹੋਇਆ, ਜਿਹੜੇ ਭਾਰਤੀ ਲੋਕ ਸੀ ਉਹਨਾਂ ਨੇ ਸੋਚਿਆ ਵੀ ਜਿਹੜੇ ਹੁਣ ਅੰਗਰੇਜ਼ ਨੇ ਇਹ ਸਾਡਾ ਸ਼ੋਸ਼ਣ ਕਰ ਰਹੇ ਨੇ, ਚਾਹੇ ਉਹ ਮਾਨਸਿਕ ਸ਼ੋਸ਼ਣ ਹੋਵੇ, ਚਾਹੇ ਉਹ ਆਰਥਿਕ ਸ਼ੋਸ਼ਣ ਹੋਵੇ। ਤਾਂ ਕਹਿਣ ਦਾ ਭਾਵ ਕਿ ਇੱਥੋਂ ਜਿਹੜਾ ਪੈਸਾ ਵਗੈਰਾ ਜਿਹੜਾ ਉਹ ਵਿਦੇਸ਼ਾਂ ਵੱਲ ਭੇਜ ਰਹੇ ਨੇ। ਜਿਵੇਂ ਆਪਾਂ ਦਾਦਾ ਭਾਈ ਨਰੋਜੀ ਜੀ ਦੀ ਇੱਕ ਡਰੇਨ ਵੈਲ ਥਿਊਰੀ ਪੜ੍ਹਦੇ ਹਾਂ, ਜਿਹੜੀ ਕਿ ਉਹਨਾਂ ਨੇ ਇਹੀ ਜ਼ਿਕਰ ਕੀਤਾ ਵੀ ਜਿਹੜਾ ਭਾਰਤ ਦਾ ਪੈਸਾ ਗਾ ਉਹ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਗਾ। ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਫਾਰ ਲਾ ਲਈਏ ਵੀ ਆਈਲੈਟਸ ਕਰਕੇ ਜਿਹੜੇ ਸਟੂਡੈਂਟ ਬਾਹਰ ਜਾ ਰਹੇ ਨੇ, ਨਾਲ ਆਪਣੇ ਪੈਸਾ ਲਿਜਾ ਰਹੇ ਨੇ, ਅੱਜ ਵੀ ਜਿਹੜਾ ਸਾਡਾ ਪੈਸਾ ਉਹ ਵਿਦੇਸ਼ਾਂ ਦੇ ਵਿੱਚ ਸ਼ਿਫਟ ਹੋ ਰਿਹਾ, ਜਾ ਰਿਹਾ। ਤਾਂ ਇਹੀ ਸਿਸਟਮ ਉਸ ਸਮੇਂ ਸੀਗਾ। ਤਾਂ ਅੰਗਰੇਜ਼ਾਂ ਨੇ ਜਿਹੜਾ ਇਹ ਕਾਨੂੰਨੀ ਵਿਵਸਥਾ ਬਣਾਈ, ਤਾਂ ਭਾਰਤੀਆਂ ਨੇ ਕੀ ਕੀਤਾ, ਇੱਥੇ ਵਿਰੋਧ ਕਰਨਾ ਸ਼ੁਰੂ ਕਰਤਾ ਵੀ ਤੁਸੀਂ ਸਾਡਾ ਸ਼ੋਸ਼ਣ ਕਰਦੇ ਹੋ, ਸਾਡੇ ਦੇਸ਼ ਨੂੰ ਛੱਡ ਕੇ ਜਾਓ। ਪਰ ਇਸ ਤੋਂ ਬਾਅਦ ਭਾਰਤੀਆਂ ਦੇ ਮਨ ਵਿੱਚ ਇੱਕ ਸ਼ੰਕਾ ਉੱਠੀ ਵੀ ਜੇਕਰ ਅੰਗਰੇਜ਼ ਇੱਥੋਂ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਜਿਹੜਾ ਸ਼ਾਸਨ ਆ, ਸਾਡੀ ਜਿਹੜੀ ਵਿਵਸਥਾ, ਸਾਡਾ ਲਾ ਉਹ ਕਿਸ ਤਰ੍ਹਾਂ ਦਾ ਰਹੇਗਾ। ਅਤੇ ਇਸ ਕਰਕੇ ਜਿਹੜਾ ਕਾਨੂੰਨ ਬਣਾਉਣ ਦੀ ਜਿਹੜੀ ਲੋੜ ਮਹਿਸੂਸ ਕੀਤੀ ਗਈ, ਸੰਵਿਧਾਨ ਬਣਾਉਣ ਦੀ ਜਿਹੜੀ ਲੋੜ ਮਹਿਸੂਸ ਕੀਤੀ ਗਈ। ਤਾਂ ਉਸ ਤੋਂ ਬਾਅਦ ਸੰਵਿਧਾਨ ਸੰਬੰਧੀ ਜਿਹੜੀਆਂ ਵੱਖ-ਵੱਖ ਮੰਗਾਂ ਉੱਠੀਆਂ, ਜਿਹਦੇ ਵਿੱਚ ਕਿਸੇ ਵਿਅਕਤੀ ਨੇ ਪਹਿਲਾਂ ਡਿਮਾਂਡ ਕੀਤੀ, ਕਿਸੇ ਨੇ ਬਾਅਦ ਦੇ ਵਿੱਚ ਕੀਤੀ ਵੀ ਸੰਵਿਧਾਨ ਬਣਾਇਆ ਜਾਵੇ, ਸਾਡਾ ਇੱਕ ਸੰਵਿਧਾਨ ਸਭਾ ਬਣਾਈ ਜਾਵੇ। ਤਾਂ ਇੱਥੋਂ ਕਾਫੀ ਜਿਹੜਾ ਕੁਐਸਚਨ ਪੇਪਰ ਦੇ ਵਿੱਚ ਪੁੱਟ ਕੀਤੇ ਜਾਂਦੇ ਆ। ਇੱਥੇ ਅਨੇਕਾਂ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਜਿਵੇਂ ਪੁੱਛਿਆ ਜਾਂਦਾ ਵੀ ਜਿਹੜਾ ਭਾਰਤੀ ਸੰਵਿਧਾਨ ਦਾ ਫਾਦਰ ਕੌਣ ਆ, ਜਾਂ ਜਿਹੜਾ ਸਾਡੀ ਕੰਸਟੀਟਿਊਸ਼ਨ ਅਸੈਂਬਲੀ ਬਣੀ ਸੀ ਉਸ ਦਾ ਜਿਹੜਾ ਆਈਡੀਆ ਸਭ ਤੋਂ ਪਹਿਲਾਂ ਕਿਹਦੇ ਮਾਈਂਡ ਦੇ ਵਿੱਚ ਆਇਆ ਸੀ। ਤਾਂ ਇਸ ਤਰ੍ਹਾਂ ਦੇ ਅਨੇਕਾਂ ਹੀ ਕੁਐਸਚਨ ਪੁੱਟ ਕੀਤੇ ਜਾਂਦੇ ਆ। ਜਾਂ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਸੀ, ਕੁੱਲ ਕਿੰਨੀਆਂ ਕਮੇਟੀਆਂ ਗਠਿਤ ਹੋਈਆਂ, ਜਾਂ ਕਿੰਨੀਆਂ ਸਭਾਵਾਂ ਹੋਈਆਂ, ਜਿਹੜਾ ਜਾਂ ਸੰਵਿਧਾਨ ਸਾਡਾ ਕਦੋਂ ਬਣਿਆ ਅਤੇ ਕਦੋਂ ਬਣ ਕੇ ਲਾਗੂ ਹੋਇਆ। ਸੋ ਇਸ ਤਰ੍ਹਾਂ ਦੇ ਜਿਹੜੇ ਅਨੇਕਾਂ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਆ। ਜਾਂ ਫਿਰ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਅਨੁਛੇਦ, ਕਿੰਨੀਆਂ ਅਨੁਸੂਚੀਆਂ ਅਤੇ ਕਿੰਨੇ ਜਿਹੜੇ ਇਹਦੇ ਭਾਗ ਨੇ। ਤਾਂ ਆਪਾਂ ਉਹਨਾਂ ਨੂੰ ਅੱਜ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕਿਸੇ ਵੀ ਸਬਜੈਕਟ ਨੂੰ ਪੜ੍ਹਨਾ, ਮੈਂ ਤੁਹਾਨੂੰ ਇਹ ਕਰਦਾ ਬੇਨਤੀ ਵੀ ਆਪਾਂ ਉਸ ਨੂੰ ਸੀਕੁਐਂਸੀ ਤੌਰ 'ਤੇ ਪੜ੍ਹੀਏ, ਠੀਕ ਹੈ। ਬਟ ਕਈ ਵਾਰੀ ਕੀ ਹੁੰਦਾ ਸੀ, ਕੋਈ ਟੌਪਿਕ ਪਹਿਲਾਂ ਲੈ ਲਿਆ, ਕੋਈ ਬਾਅਦ ਦੇ ਵਿੱਚ ਲੈ ਲਿਆ, ਤਾਂ ਇਸ ਕਰਕੇ ਉਹ ਜਿਹੜਾ ਸਾਡੇ ਚੰਗੀ ਤਰ੍ਹਾਂ ਮਾਈਂਡ ਦੇ ਵਿੱਚ ਸਮਝ ਨਹੀਂ ਪੈਂਦਾ। ਕੋਈ ਵੀ ਸਬਜੈਕਟ ਆ ਉਸ ਨੂੰ ਇੱਕ ਲੜੀਵਾਰ ਠੀਕ ਆ ਚਲਾਉਣਾ ਜ਼ਰੂਰੀ ਹੁੰਦਾ। ਜਿਵੇਂ ਆਪਾਂ ਪੋਲੀਟੀਕਲ ਸਾਇੰਸ ਦੇ ਜਿਹੜੇ 25 ਪਾਰਟ ਨੇ ਹੁਣ ਤੱਕ, ਪ੍ਰੈਜੈਂਟਲੀ ਇਸਦੇ 25 ਜਿਹੜੇ ਪਾਰਟ ਨੇ 25, ਉਹਨਾਂ ਨੂੰ ਆਪਾਂ ਸੀਕੁਐਂਸੀ ਵਾਈਜ਼ ਕਵਰ ਕਰਾਂਗੇ। ਅਤੇ ਨਾਲ ਹੀ ਉਹਨਾਂ ਦੇ ਜਿਹੜੇ ਆਰਟੀਕਲ ਨੇ ਉਹਨਾਂ ਨੂੰ ਵੀ ਆਪਾਂ ਸੀਕੁਐਂਸੀ ਵਾਈਜ਼ ਜਿਹੜੇ ਕਵਰ ਕਰਾਂਗੇ ਜਿਹੜਾ ਸੀਰੀਜ਼ ਚੱਲ ਰਹੀ ਆ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇੰਡੀਅਨ ਕੰਸਟੀਟਿਊਸ਼ਨ। ਤਾਂ ਸਟਾਰਟ ਕਰਦੇ ਹਾਂ ਇੰਡੀਅਨ ਕੰਸਟੀਟਿਊਸ਼ਨ। ਇੰਡੀਅਨ ਕੰਸਟੀਟਿਊਸ਼ਨ ਕਹਿਣ ਦਾ ਭਾਵ ਭਾਰਤੀ
संविधान इंडियन कॉन्स्टिट्यूशन कॉन्स्टिट्यूशन भारतीय संविधान भारतीय संविधान तो ये बारे आप डिस्कस करांगे। सब तो पहला जिहड़ा क्वेश्चन पेपर दे विच पुट कीता जांदा वो पुछया जांदा वा भी द आइडिया ऑफ इंडियन कॉन्स्टिट्यूशन असैंबली भी जिहड़ा ਜਾਂ ਤਾਂ ਆਈਡੀਆ ਜਾਂ ਪੁੱਛਿਆ ਜਾਂਦਾ द फादर ऑफ इंडियन कॉन्स्टिट्यूशन। ਤਾਂ ਪਹਿਲਾਂ ਆਪਾਂ ਐਕਸਪਲੇਨ ਕਰਦੇ ਹਾਂ द फादर ऑफ इंडियन कॉन्स्टिट्यूशन द फादर ऑफ इंडियन कॉन्स्टिट्यूशन इंडियन कॉन्स्टिट्यूशन द फादर ऑफ इंडियन कॉन्स्टिट्यूशन। ਤਾਂ ਤਕਰੀਬਨ ਸਾਰਿਆਂ ਨੂੰ ਇਸ ਦਾ ਜਿਹੜਾ ਆਨਸਰ ਆ ਉਹ ਮੋਸਟਲੀ ਪਤਾ ਹੋਏਗਾ। द फादर ऑफ इंडियन कॉन्स्टिट्यूशन ਵੀ ਸਾਡੇ ਸੰਵਿਧਾਨ ਦਾ ਜਿਹੜਾ ਫਾਦਰ ਆ ਸਾਡੇ ਜਿਹੜੇ ਸੰਵਿਧਾਨ ਦਾ ਪਿਤਾ ਗਾ ਉਹ ਕੌਣ ਆ ਉਹ ਹੈਗਾ ਜੀ ਡਾਕਟਰ ਬੀ ਆਰ ਅੰਬੇਦਕਰ ਡਾਕਟਰ ਬੀ ਆਰ ਅੰਬੇਦਕਰ 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 ਸਾਡੇ ਜਿਹੜੇ ਸੰਵਿਧਾਨ ਦਾ ਫਾਦਰ ਆ ਉਹ ਡਾਕਟਰ ਬੀ ਆਰ ਅੰਬੇਦਕਰ ਆ। ਤਾਂ ਪਹਿਲਾ ਕੁਐਸਚਨ ਬਣਦਾ ਗਾ ਫਾਦਰ। ਨੈਕਸਟ ਆਪਾਂ ਗੱਲ ਕਰਦੇ ਹਾਂ ਦ ਆਈਡੀਆ ਆਫ ਇੰਡੀਅਨ ਕॉन्स्टिट्यूशन ਅਸੈਂਬਲੀ ਦ ਆਈਡੀਆ ਆਫ ਇੰਡੀਅਨ ਕॉन्स्टिट्यूशन ਅਸੈਂਬਲੀ द आइडिया ऑफ इंडियन कॉन्स्टिट्यूशन असैंबली इंडियन कॉन्स्टिट्यूशन असैंबली कहने का भाव जी साडी संविधान सभा सी जी साडी संविधान सभा सी उसका आइडिया सब तो पहला किस दे माइंड दे विच आया सीगा किसने विचार दिता सी भी जी एक साडी संविधान सभा होनी चाहिए आ। द आइडिया ऑफ इंडियन कॉन्स्टिट्यूशन हैगा जी एम एन राओ एम एन राओ एम एन राओ। तो इनू जो आइडिया आप अंडरलाइन करा इतों आप करा एम एन राओ नू ठीक है। तो सिर्फ आप याद रखना भी विचार संविधान सभा विचार किहदा सी एम एन राओ का। बाद में आप ट्रिकी याद करते हैं। तो नैक्सट आप गल करते हैं द एडवाइजरी ऑफ इंडियन कॉन्स्टिट्यूशन असैंबली द एडवाइजरी ऑफ इंडियन कॉन्स्टिट्यूशन असैंबली किहदी सी। तो यह भी जिहड़ा ज़्यादा क्वेश्चन पेपर च पुट किया जाता भी जिहड़ी संविधान सभा बनी सी उहदी जिहड़ी सलाहकर्ता कौन बनिया सीगा। तो देखो जी द एडवाइजरी ऑफ इंडियन कॉन्स्टिट्यूशन असैंबली इंडियन कॉन्स्टिट्यूशन असैंबली असैंबली ठीक है। तो जी यदा है जी बी एन राओ द एडवाइजरी ऑफ इंडियन कॉन्स्टिट्यूशन असैंबली। एडवाइज आप सारे जानते हैं की होंगी जी सलाह ठीक है। तो सब तो पहला इनू आप किवें याद रखना क्योंकि जो आप रट्टाफिकेशन के आधार पर पढ़ांगे तो बहुता टाइम जो साढ़े याद नहीं रहेगा। तो आप इतों आइडिया की आई लवांगे तो इधरों आप लवांगे एम एन की एम एम ठीक है आई एम। यदा ट्रिक की बनता जी आई एम ट्रिक की बनया आई एम। तो जो भी आप बोलते हैं आई एम बिजी आई एम लेट ठीक है। तो इस तरह भी आप ट्रिक याद रखते हैं भी आई एम या फिर जो आप ABC पढ़ते हैं तो उदों आई के नेड़े एम जोड़ा वर्ड होंदा गा। तो इस करके आप याद रखते हैं आई एम। नैक्सट आप गल करते हैं एडवाइजरी जे कोई पूछ रहे भी जी संविधान सभा का एडवाइजर कौन सी तो यदा ट्रिक की आ ए तो बाद की होंगी हमेशा बी। तो यदा ट्रिक हैगा ए वी तो एडवाइजरी हैगी सीगी तो एडवाइजरी हैगी सीगी तो बी एन राओ दी सीधा जिहा ट्रिक आ आई एम ए वी। तो तुहानूं कोई पुछा जाता क्योंकि आप उत्थे ऑप्शन टाइप है जो टिक करनी आ तो तुहानूं पता लग जाएगा। एडवाइजरी पुछा जाता तो तुसीं याद रखना ए तो बाद की आ बी ट्रिक ए वी आ तो एम जिहड़ा गा आई एम एन राओ तो फादर कौन आ जी डॉक्टर बी आर अंबेदकर ठीक है। तो ये जो 3 क्वेश्चन है इत्थे कवर होंदे ने। नैक्सट आप गल करते हैं डिमांड। देखो एक होंदी है डिमांड किहड़ा व्यक्ति सी जिसने संविधान सभा की जी फस्ट टाइम डिमांड की तो डिमांड करने वाला जिहड़ा कौन सीगा तो लिखो द डिमांड ऑफ इंडियन कॉन्स्टिट्यूशन असैंबली जी द डिमांड ऑफ इंडियन कॉन्स्टिट्यूशन असैंबली इंडियन कॉन्स्टिट्यूशन असैंबली जी। देखो जिहड़ा डिमांड की डिमांड करने वाला कौन व्यक्ति सीगा। डिमांड होंदी है जी मंग डिमांड आप किसी कहते हैं चीज़ बड़ी डिमांड आ ठीक है। डिमांड किहने की तो फस्ट टाइम की लिखो 1895 एंड वल्लभ भाई
ਪਟੇਲ ਨੇ ਜੀ, ਸੌਰੀ ਬਾਲ ਗੰਗਾਧਰ ਤਿਲਕ। ਇੱਥੇ ਕੀ ਆ, ਬਾਲ ਗੰਗਾਧਰ ਤਿਲਕ ਜੀ, ਬਾਲ ਗੰਗਾਧਰ ਤਿਲਕ। ਠੀਕ ਹੈ, ਤਾਂ ਜਿਹੜੀ ਡਿਮਾਂਡ ਕਰਨ ਵਾਲਾ ਕੌਣ ਸੀ ਫਸਟ ਟਾਈਮ, ਬਾਲ ਗੰਗਾਧਰ ਤਿਲਕ। ਸਭ ਤੋਂ ਪਹਿਲਾਂ ਜਿਹੜੀ ਸੰਵਿਧਾਨ ਸਭਾ ਦੀ ਮੰਗ ਕੀਤੀ ਆ ਬਾਲ ਗੰਗਾਧਰ ਤਿਲਕ ਨੇ ਕੀਤੀ ਆ। ਬਟ ਜੇ ਪਾਰਟੀ ਪੁੱਛੀ ਜਾਂਦਾ ਐਗਜ਼ਾਮੀਨਰ ਵੱਲੋਂ ਜਿਹੜੀ ਫਸਟ ਟਾਈਮ 'ਤੇ ਜਿਹੜੀ ਪਾਰਟੀ ਕਿਹੜੀ ਹੈ ਜਿਹਨੇ ਸੰਵਿਧਾਨ ਸਭਾ ਦੀ ਮੰਗ ਕੀਤੀ ਆ, ਉਹ ਹੈਗੀ ਆ ਪਾਰਟੀ ਸਵਰਾਜ। ਠੀਕ ਹੈ, ਤਾਂ ਪਾਰਟੀ ਕਿਹੜੀ ਹੈ ਜੀ, ਸਵਰਾਜ ਪਾਰਟੀ ਆ, ਪਾਰਟੀ ਹੈ ਸਵਰਾਜ ਪਾਰਟੀ, ਸਵਰਾਜ ਪਾਰਟੀ। ਸਵਰਾਜ ਪਾਰਟੀ ਦੇ ਹਿਸਟਰੀ ਦੇ ਵਿੱਚ ਵੀ ਕੁਐਸਚਨ ਪੁੱਟ ਕੀਤਾ ਜਾਂਦਾ ਵੀ ਜਿਹੜੀ ਸਵਰਾਜ ਪਾਰਟੀ ਆ ਉਹਦਾ ਜਿਹੜਾ ਕਿਸ ਨੇ ਬਣਾਈ ਆ, ਉਹ ਜਿਹੜੀ ਬਣਾਈ ਆ ਮੋਤੀ ਲਾਲ ਨਹਿਰੂ ਤੇ ਚਿਤਰੰਜਨ ਦਾਸ, ਜਿਹੜੀ ਕਿ ਕਾਂਗਰਸ ਤੋਂ ਅਲੱਗ ਹੋ ਕੇ ਬਣਾਈ ਸੀ ਇਹਨਾਂ ਨੇ, ਮੋਤੀ ਲਾਲ ਨਹਿਰੂ ਤੇ ਚਿਤਰੰਜਨ ਦਾਸ ਨੇ, ਜਿਹੜੀ ਕਿ 1 ਜਨਵਰੀ ਆਪਣਾ 1923 ਦੇ ਵਿੱਚ ਬਣੀ ਆ ਜੀ ਸਵਰਾਜ ਪਾਰਟੀ। ਠੀਕ ਹੈ, ਸਵਰਾਜ ਪਾਰਟੀ 1 ਜਨਵਰੀ 1923 ਨੂੰ ਬਣੀ ਸੀ ਸਵਰਾਜ ਪਾਰਟੀ। ਠੀਕ ਹੈ, ਤਾਂ ਜਿਹੜੀ ਇਸ ਪਾਰਟੀ ਨੇ ਸਭ ਤੋਂ ਪਹਿਲਾਂ ਜਿਹੜੀ ਸਾਡੀ ਇੰਡੀਅਨ ਕਾਨਸਟੀਟਿਊਸ਼ਨ ਅਸੈਂਬਲੀ ਆ ਉਸ ਦੀ ਜਿਹੜੀ ਡਿਮਾਂਡ ਕੀਤੀ ਆ ਜੀ। ਤਾਂ ਉਸ ਤੋਂ ਬਾਅਦ ਕੀ ਹੋਇਆ, ਆਪਣਾ ਜਿਹੜਾ ਸੈਕੰਡ ਵਰਲਡ ਵਾਰ ਚੱਲ ਰਿਹਾ ਸੀਗਾ। ਠੀਕ ਆ, 1939 ਤੋਂ ਲੈ ਕੇ 45 ਦੇ ਦਰਮਿਆਨ ਤਾਂ ਅੰਗਰੇਜ਼ਾਂ ਨੇ ਸੋਚਿਆ ਵੀ ਜਿਹੜਾ ਅਸੀਂ ਭਾਰਤੀਆਂ ਨੂੰ ਯੁੱਧ ਦੇ ਵਿੱਚ ਸ਼ਾਮਲ ਕਰਨਾ, ਤਾਂ ਉਹਨਾਂ ਨੇ ਇੱਕ ਲਾਲਚ ਦਿੱਤਾ ਵੀ ਤੁਸੀਂ ਸਾਡਾ ਯੁੱਧ ਦੇ ਵਿੱਚ ਸਾਥ ਦਿਓ, ਅਸੀਂ ਤੁਹਾਨੂੰ ਸੰਵਿਧਾਨ ਬਣਾਉਣ ਦੀ ਆਜ਼ਾਦੀ ਦੇਵਾਂਗੇ, ਤੁਹਾਨੂੰ ਆਜ਼ਾਦ ਕਰਕੇ ਜਾਵਾਂਗੇ। ਤਾਂ ਕੀ ਹੋਇਆ, ਜਿਹੜਾ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੀ ਕਿ 1945 ਦੇ ਵਿੱਚ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਜਿਹੜੇ 2 ਬੰਬ ਸੁੱਟੇ ਸੀ ਅਮਰੀਕਾ ਨੇ, ਉਹ ਸੁੱਟਣ ਦੇ ਨਾਲ ਖਤਮ ਹੋਈ ਸੀ। ਠੀਕ ਹੈ, ਤੇ ਅਮਰੀਕਾ ਜਿਹੜਾ ਉਸ ਸਮੇਂ ਪਾਵਰ ਦੇ ਵਿੱਚ ਆਇਆ ਸੀਗਾ। ਤਾਂ ਉਸ ਤੋਂ ਬਾਅਦ ਭਾਰਤ ਆ ਜਿਹੜਾ ਉਸ ਸਮੇਂ ਆਪਣਾ ਬ੍ਰਿਟਿਸ਼ ਵੱਲੋਂ ਲੜਿਆ ਸੀ, ਕਹਿਣ ਦਾ ਭਾਵ ਤਾਂ ਭਾਰਤੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਸੰਵਿਧਾਨ ਬਣਾ ਸਕਦੇ ਹੋ, ਤੁਸੀਂ ਤੁਹਾਨੂੰ ਆਜ਼ਾਦ ਕਰਕੇ ਜਾਵਾਂਗੇ। ਤਾਂ ਕੀ ਕੀਤਾ, ਅੰਗਰੇਜ਼ਾਂ ਨੇ ਇੱਕ ਇੱਥੇ ਭਾਰਤ ਦੇ ਵਿੱਚ ਇੱਕ ਕੈਬਨਿਟ ਮਿਸ਼ਨ ਪਲਾਨ ਭੇਜਿਆ ਸੀਗਾ 1946 ਦੇ ਵਿੱਚ, ਜਿਹਦਾ ਰੋਲ ਆ ਸੰਵਿਧਾਨ ਸਭਾ ਨੂੰ ਲੈ ਕੇ ਜੀ। ਦੇਖੋ, ਐਸਟੈਬਲਿਸ਼ਮੈਂਟ ਆਫ ਕੈਬਨਿਟ ਮਿਸ਼ਨ ਪਲਾਨ, ਕੈਬਨਿਟ ਮਿਸ਼ਨ ਪਲਾਨ। ਜਿਹੜਾ ਕੈਬਨਿਟ ਮਿਸ਼ਨ ਪਲਾਨ ਬਣਿਆ ਸੀ ਇਹ ਕਦੋਂ ਬਣਿਆ ਸੀਗਾ ਜੀ, ਮਾਰਚ 1946 ਦੇ ਵਿੱਚ। ਕੈਬਨਿਟ ਮਿਸ਼ਨ ਪਲਾਨ ਐਸਟੈਬਲਿਸ਼ਮੈਂਟ ਹੁੰਦਾ ਸਥਾਪਿਤ ਕਰਨਾ ਕਿਸੇ ਚੀਜ਼ ਨੂੰ, ਜਿਹੜਾ ਕੈਬਨਿਟ ਮਿਸ਼ਨ ਪਲਾਨ ਬਣਿਆ 1946 ਦੇ ਵਿੱਚ। ਤਾਂ ਇਹਦੀ ਕੀ ਰਿਸਪੌਂਸੀਬਿਲਟੀ ਸੀ, ਤਾਂ ਲਿਖੋ ਦਾ ਰਿਸਪੌਂਸੀਬਿਲਟੀ ਡਿਵਾਈਡ ਦਾ ਸੀਟਸ, ਵੀ ਜਿਹੜੀ ਸਾਡੀ ਸੰਵਿਧਾਨ ਸਭਾ ਗੀ ਇਹਦੇ ਜਿਹੜੇ ਕਿੰਨੇ ਮੈਂਬਰ ਹੋਣਗੇ। ਠੀਕ ਹੈ, ਉਸ ਨੂੰ ਲੈ ਕੇ ਸੀਗਾ। ਤਾਂ ਇਹਦੀ ਰਿਸਪੌਂਸੀਬਿਲਟੀ ਕੀ ਸੀ, ਡਿਵਾਈਡ ਦਾ ਸੀਟਸ, ਵੀ ਜਿਹੜੇ ਸਾਡੀ ਸੰਵਿਧਾਨ ਸਭਾ ਬਣੇਗੀ ਇਸ ਦੇ ਕਿੰਨੇ ਮੈਂਬਰ ਕਿੱਥੋਂ ਲਏ ਜਾਣਗੇ, ਟੋਟਲ ਗਿਣਤੀ ਕਿੰਨੇ ਹੋਵੇਗੀ, ਕਿਸ ਤਰ੍ਹਾਂ ਚੋਣ ਹੋਵੇਗੀ। ਠੀਕ ਆ, ਉਸ ਦਾ ਜਿਹੜਾ ਪ੍ਰੋਪਰਲੀ ਵਰਣਨ ਸੀ ਉਹ ਕਿਸ ਵਿੱਚ ਸੀਗਾ, ਉਹ ਹੈਗਾ ਸੀਗਾ ਕੈਬਨਿਟ ਮਿਸ਼ਨ ਪਲਾਨ ਨੇ ਡਿਸਾਈਡ ਕੀਤਾ ਸੀਗਾ, ਜਿਹੜਾ ਆਪਣਾ 1946 ਦੇ ਵਿੱਚ ਬਣਿਆ ਸੀਗਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਸੰਵਿਧਾਨ ਸਭਾ ਦੇ ਮੈਂਬਰਾਂ ਦੀ। ਠੀਕ ਹੈ, ਤਾਂ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਗਿਣਤੀ ਸੀ ਉਹ ਕਿਸ ਤਰ੍ਹਾਂ ਸੀਗੀ, ਤਾਂ ਟੋਟਲ ਗਿਣਤੀ ਹੈਗੀ ਸੀ 389। ਤਾਂ ਇੱਥੇ ਲਿਖ ਸਕਦੇ ਆਪਾਂ ਟੋਟਲ ਮੈਂਬਰ ਆਫ ਇੰਡੀਅਨ ਕਾਨਸਟੀਟਿਊਸ਼ਨ ਅਸੈਂਬਲੀ, ਇੰਡੀਅਨ ਕਾਨਸਟੀਟਿਊਸ਼ਨ ਅਸੈਂਬਲੀ। ਤਾਂ ਜਿਹੜੀ ਸੰਵਿਧਾਨ ਸਭਾ ਦੇ ਕੁੱਲ ਮੈਂਬਰਾਂ ਦੀ ਸੰਖਿਆ ਹੈਗੀ ਸੀ ਉਹ ਹੈਗੀ ਸੀ 389, ਜਿਹਦੇ ਵਿੱਚੋਂ ਜਿਹੜੇ 296 ਮੈਂਬਰ ਸੀਗੇ ਉਹ ਹੈਗੇ ਸੀ ਬ੍ਰਿਟਸ, ਜਿਹੜੇ ਹੈਗੇ ਸੀ 93 ਹੋ ਗਏ ਸੀ ਪ੍ਰਿੰਸਲੀ ਸਟੇਟ। ਤਾਂ ਇਹ ਕੀ ਸੀਗੇ, ਪ੍ਰਿੰਸਲੀ ਸਟੇਟ, PRIN, ਪ੍ਰਿੰਸਲੀ ਸਟੇਟ। ਕਹਿਣ ਦਾ ਭਾਵ ਜਿਹੜੇ ਸਾਡੇ ਦੇਸੀ ਰਿਆਸਤਾਂ ਦੇ ਵਿੱਚੋਂ ਲੈ ਗਏ ਸੀਗੇ 93। ਦੂਸਰੇ ਪਾਸੇ ਜਿਹੜੇ ਬ੍ਰਿਟਸ ਸੀਗੇ, ਬ੍ਰਿਟਸ ਹੈਗੇ ਸੀਗੇ 296। ਇਹਦੇ ਵਿੱਚ ਹੀ ਜਿਹੜੇ 4 ਸਾਡੇ ਚੀਫ ਕਮਿਸ਼ਨਰ ਵੀ ਹੈਗੇ ਸੀ ਅੱਗੇ। ਠੀਕ ਹੈ, ਤਾਂ ਜਿਹੜੀ ਟੋਟਲ ਗਿਣਤੀ ਬਣਦੀ ਹੈ 389। ਤਾਂ ਤੁਸੀਂ ਇੱਥੇ ਜਾ ਸਕਦੇ ਹੋ 389 ਸੀ ਜਿਹੜੇ, ਜਿਵੇਂ ਆਪਾਂ ਕਹਿ ਲਈਏ ਗੱਲ ਵੀ ਭਾਰਤ ਦੇ ਮੈਪ ਦੇ ਵਿੱਚ ਜਿਹੜੇ ਦੇਸੀ ਰਿਆਸਤਾਂ ਦੇ ਵਿੱਚੋਂ ਆਪਾਂ ਲਏ ਸੀ 93 ਮੈਂਬਰ, ਜਿਹੜੇ ਆਪਾਂ ਬ੍ਰਿਟਸ ਤੋਂ ਲਏ ਸੀ ਉਹ ਹੈਗੇ ਸੀ 296। ਠੀਕ ਹੈ, ਤੇ ਉਸ ਤੋਂ ਬਾਅਦ ਇਹਨਾਂ ਮੈਂਬਰਾਂ ਦੀ ਜਿਹੜੀ ਚੋਣ ਕਿਹੜੇ ਵੇ ਨਾਲ ਹੋਈ ਆ, ਕਿਉਂਕਿ ਕਿਸੇ ਵੀ ਜਿਹੜੀ ਚੋਣ ਪ੍ਰਣਾਲੀ ਦੇ 2 ਮੈਥਡ ਹੁੰਦੇ ਆ, ਇੱਕ ਹੁੰਦਾ ਡਾਇਰੈਕਟ ਮੈਥਡ, ਇੱਕ ਹੁੰਦਾ ਇਨਡਾਇਰੈਕਟ ਮੈਥਡ। ਠੀਕ ਹੈ, ਤਾਂ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ MP MLA
ਸਰਪੰਚ ਜਿਹੜੀ ਇਸ ਨੂੰ ਵੋਟਿੰਗ ਹੁੰਦੀ ਆ ਉਹ ਡਾਇਰੈਕਟ ਹੁੰਦੀ ਆ। ਜਦੋਂ ਅਸੀਂ ਕੈਂਡੀਡੇਟ ਨੂੰ ਡਾਇਰੈਕਟ ਵੋਟ ਆ ਜਿਹੜੀ ਉਹ ਦਿੰਨੇ ਆ ਉਹਨੂੰ ਆਪਾਂ ਕੀ ਕਹਿੰਦੇ ਆ, ਡਾਇਰੈਕਟ ਮੈਥਡ। ਇੱਕ ਹੁੰਦਾ ਇਨਡਾਇਰੈਕਟ ਮੈਥਡ। ਇਨਡਾਇਰੈਕਟ ਮੈਥਡ ਆਪਾਂ ਕਿਸ ਨੂੰ ਕਹਿੰਦੇ ਆ, ਜਿਹਦੇ ਵਿੱਚ ਆਪਾਂ ਕੈਂਡੀਡੇਟ ਨੂੰ ਡਾਇਰੈਕਟ ਵੋਟ ਨਹੀਂ ਪਾਉਂਦੇ, ਆਪਣੇ ਚੁਣੇ ਹੋਏ ਮੈਂਬਰ ਅੱਗੇ ਜਾ ਕੇ ਕਿਸੇ ਨੂੰ ਚੋਣ ਕਰਦੇ ਆ। ਫਾਰ ਐਗਜ਼ਾਮਪਲ ਆਪਾਂ ਦੇਸ਼ ਦੇ ਵਿੱਚ ਲੈ ਲਈਏ ਪ੍ਰੈਜ਼ੀਡੈਂਟ ਦੀ ਚੋਣ ਦਾ ਮੈਥਡ ਆ ਉਹ ਇਨਡਾਇਰੈਕਟ ਮੈਥਡ ਆ ਜੀ। ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ, ਆਪਾਂ ਕਿਸ ਨੂੰ ਵੋਟ ਪਾਈ ਆ, MP ਨੂੰ, MP ਮੈਂਬਰ ਆਫ ਪਾਰਲੀਮੈਂਟ ਜਿਹਦੀ ਫੁੱਲ ਫਾਰਮ ਆ। ਨੈਕਸਟ ਆਪਾਂ ਗੱਲ ਕਰ ਲਈਏ MLA ਮੈਂਬਰ ਲੈਜਿਸਲੇਟਿਵ ਅਸੈਂਬਲੀ, ਰਾਜ ਸਭਾ ਦੇ ਮੈਂਬਰ, ਇਹ ਅੱਗੇ ਜਾ ਕੇ ਕਿਸ ਨੂੰ ਚੁਣਦੇ ਆ, ਪ੍ਰੈਜ਼ੀਡੈਂਟ ਨੂੰ। ਇਸ ਕਰਕੇ ਉਹ ਜਿਹੜਾ ਮੈਥਡ ਆ ਉਹ ਕਿਹੜਾ, ਇਨਡਾਇਰੈਕਟ ਮੈਥਡ ਆ ਜੀ। ਤਾਂ ਇੱਥੇ ਦੇਖੋ ਤੁਹਾਨੂੰ ਕੋਈ ਪੁੱਛ ਲੈ ਸੰਵਿਧਾਨ ਸਭਾ ਕਿਸ ਤਰ੍ਹਾਂ ਚੁਣੀ ਗਈ ਸੀ, ਤਾਂ ਇੱਥੇ ਆਪਾਂ ਕਰਦੇ ਲਿਖੋ ਇਨਡਾਇਰੈਕਟਲੀ elected by the people। ਜਿਹੜੀ ਇਹ ਇਨਡਾਇਰੈਕਟਲੀ ਰੂਪ ਦੇ ਵਿੱਚ ਜਿਹੜੀ ਚੁਣੀ ਗਈ ਆ, ਇਨਡਾਇਰੈਕਟਲੀ ਇਲੈਕਟਡ ਬਾਏ ਦਾ ਪੀਪਲ, ਠੀਕ ਹੈ। ਤਾਂ ਇਹਨੂੰ ਆਪਾਂ ਯਾਦ ਰੱਖ ਸਕਦੇ ਹਾਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜਿਹੜੀ ਸਾਡੀ ਸੰਵਿਧਾਨ ਸਭਾ ਬਣੀ ਸੀ। ਤਾਂ ਜਿਹੜੀ ਸੰਵਿਧਾਨ ਸਭਾ ਦੀ ਜਿਹੜੀ ਸ਼ੁਰੂਆਤ ਹੋਈ ਆ, ਸ਼ੁਰੂਆਤ ਤੋਂ ਲੈ ਕੇ ਸੰਵਿਧਾਨ ਦੇ ਬਣਨ ਤੱਕ ਕੁੱਲ ਕਿੰਨੀਆਂ ਮੀਟਿੰਗਸ ਹੋਈਆਂ ਨੇ ਇਹਨਾਂ ਦੇ ਵਿੱਚ, ਤਾਂ ਕਿੰਨੀਆਂ ਵਾਰ ਜਿਹੜੀ ਸੰਵਿਧਾਨ ਸਭਾ ਆਪਸ ਵਿੱਚ ਮਿਲੀ ਆ। ਇੱਥੋਂ ਕੁਐਸਚਨ ਮੋਸਟਲੀ ਪੇਪਰ ਦੇ ਵਿੱਚ ਪੁੱਟ ਕੀਤਾ ਜਾਂਦਾ। ਕੀ ਪੁੱਛਿਆ ਜਾਂਦਾ, ਜਾਂ ਤਾਂ ਪੁੱਛਿਆ ਜਾਂਦਾ ਵੀ ਜਿਹੜੀ ਸਾਡੀ ਸੰਵਿਧਾਨ ਸਭਾ ਸੀ ਉਹਦਾ ਜਿਹੜਾ ਫਸਟ ਪ੍ਰਧਾਨ ਕੌਣ ਸੀ, ਜਾਂ ਪੁੱਛਿਆ ਜਾਂਦਾ ਵੀ ਸੰਵਿਧਾਨ ਸਭਾ ਦੀ ਫਸਟ ਮੀਟਿੰਗ ਕਦੋਂ ਹੋਈ ਆ, ਲਾਸਟ ਮੀਟਿੰਗ ਕਦੋਂ ਹੋਈ ਆ, ਤੇ ਇਹਨਾਂ ਮੀਟਿੰਗ ਦੇ ਵਿੱਚ ਕੀ ਹੋਇਆਗਾ। ਤੇ ਇੱਥੇ ਜਿਹੜੀਆਂ 11 ਮੀਟਿੰਗਸ ਦੇ ਵਿੱਚੋਂ 4 ਜਿਹੜੀਆਂ ਨੇ ਮੋਸਟ ਇੰਪੋਰਟੈਂਟ ਕਹਿ ਸਕਦੇ ਆਪਾਂ, ਜਿਨ੍ਹਾਂ ਨੂੰ ਆਪਾਂ ਐਕਸਪਲੇਨ ਕਰਾਂਗੇ। ਤਾਂ ਆਪਾਂ ਲਿਖਾਂਗੇ ਟੋਟਲ ਮੀਟਿੰਗ ਆਫ ਇੰਡੀਅਨ ਕਾਂਸਟੀਟਿਊਸ਼ਨ ਅਸੈਂਬਲੀ। ਤਾਂ ਜਿਹੜੇ ਟੋਟਲ ਮੀਟਿੰਗ ਹੋਈਆਂ ਨੇ ਸੰਵਿਧਾਨ ਸਭਾ ਦੀਆਂ ਉਹ ਕਿੰਨੀਆਂ ਹੋਈਆਂ ਨੇ ਜੀ, ਉਹ ਹੋਈਆਂ ਨੇ 11 ਮੀਟਿੰਗਸ ਹੋਈਆਂ ਨੇ ਟੋਟਲ। ਜੇ ਕੋਈ ਪੇਪਰ ਦੇ ਵਿੱਚ ਪੁੱਟ ਕਰ ਲੈਂਦਾ ਵੀ ਸੰਵਿਧਾਨ ਸਭਾ ਦੀਆਂ ਕੁੱਲ ਕਿੰਨੀਆਂ ਬੈਠਕਾਂ, ਕੁੱਲ ਕਿੰਨੀਆਂ ਮੀਟਿੰਗਸ ਹੋਈਆਂ ਨੇ, ਉਹ ਹੋਈਆਂ ਨੇ 11। ਇਹਦੇ ਵਿੱਚੋਂ ਆਪਾਂ ਯਾਦ ਕਿਵੇਂ ਰੱਖਣਾ, ਦੇਖੋ ਫਸਟ 9 11 13 24 9 11 13 24 ਇਹਨੂੰ ਆਪਾਂ ਕਿਸੇ में याद रखना। देखो जी ਇੱਥੇ ਆਪਾਂ याद रखना फस्ट संविधान सभा की फस्ट मीटिंग, ਇੱਥੇ ਆਪਾਂ ਕਰਾਂਗੇ लास्ट, फस्ट ਤੇ लास्ट। देखो एक ट्रिक वाइज किमें याद रखना, फस्ट जो ਆਪਾਂ कोई नवीं चीज़ बनती आ, नवा जन्म बच्चा, नवा कोई अपना संस्था बनती है, कोई कमेटी बनती है, कोई अपना पार्टी बनती है, तो ਉਹਦਾ 9 रखा जाता 9। तो फस्ट 9 किसी भी चीज़ का फस्ट का 9 होंगे, तो 9 दसंबर 1946 की, ठीक है, 1946 के विच, ठीक है। नैक्सट जी बनी 11 दसंबर 1946 ਨੂੰ। ਇਹ ट्रिक की आ, एक दिन छड्ड के 9 11 13, ठीक है। संविधान बनाने का काम कदों शुरू होया, तुहानूं पता भी कैबिनेट मिशन प्लान जिहड़ा बनया 1946 ਦੇ ਵਿੱਚ, ठीक है, ਉਹਦੇ अकॉर्डिंग आ। तो नैक्सट आपां गल करते हैं लास्ट ਨੂੰ किवें याद रखना। आपां लास्ट जिहड़ी संविधान सभा की मीटिंग हुई है ਇਹਨੂੰ किवें याद रखांगे। लास्ट संविधान कदों लागू होया सारिਆਂ ਨੂੰ मोस्टली पता गा, 26 जनवरी 1950 ਨੂੰ। उस दे लागू होने तो 2 दिन पहला भी संविधान सभा की लास्ट मीटिंग हुई हो, तो उन्हें अपना सारा काम जो प्रॉपरली पूरा कर लिया हो। तो 26 जनवरी तो 2 दिन पहला कि आ गया 24 जनवरी 1950। देखो ये मीटिंग एक क्वेश्चन तो इस तरह बनता फस्ट तो लास्ट, ठीक है। ट्रिक की 9 11 13 सेम डेटा ने। उस तो बाद लास्ट किमें याद रखना भी संविधान के लागू होने तो 2 दिन पहला जो काम आ कंप्लीट हो गया हो, बस तुम ये याद रखना। हुण आपां इन्हां मीटिंग दे विच की होयागा, की होया वो गल्लां थोड़ियां याद रखनियां ने। फस्ट दे विच जिहड़ा साडा सीगा टैंपरेरी प्रेजिडेंट सीगा, जिहड़ा साडा टैंपरेरी प्रेजिडेंट सीगा, ठीक है, संविधान सभा दा जिहड़ा आपां वो कौन सीगा। तां इह क्वेश्चन काफ़ी बारी पुछिया जांदा जी। टैंपरेरी हुंदा RG, टैंपरेरी प्रेजिडेंट इंडियन कॉन्स्टिट्यूशन असैंबली बोल रहे हैं आपां, देश दा नहीं, ठीक है। तां इह कौन सीगा, डॉक्टर सच्चिदानंद, डॉक्टर सच्चिदानंद। तो जो पहले दिन इन्हें आपस में मीटिंग हुई है संविधान सभा की, आप कोई संस्था का गठन करते हैं, पहले दिन आपस में मिले ने, तो इन्होंने अपना एक प्रधान चुन लिया, कौन सीगा वो, सच्चिदानंद। तो इतने ट्रिक भी है बड़ी वधिया भी सच्चा कच्चा, भी कच्चा प्रधान चुन लिया इन्होंने भी। पहले दिन इन्होंने चुनिया अपने विचों एक जो सीनियर मोस्ट बंदा सी सच्चिदानंद सिन्हा, बड़ी उम्र का सब तो ओल्ड, इस करके इन्होंने कहा भी तू साडा संविधान सभा का प्रधान आ। पर ज़्यादा दिन ने फीलिंग नहीं लेती, 9 तो बाद 10 में मीटिंग नहीं हुई, 11 में मीटिंग होंदी आ। तो उस दिन इन्होंने की किया, उस दिन किया भी असी जो अपना परमानेंटली जो प्रधान आ चुननागा। तो जो परमानेंटली प्रधान सीगा संविधान सभा का वो है डॉक्टर राजेंद्र प्रसाद। तो
ਤਾਂ ਕੀ ਕੀਤਾ ਨੇ ਡਾਕਟਰ ਜਿਹੜਾ ਪਰਮਾਨੈਂਟਲੀ ਆ ਪੱਕਾ ਜਿਹਨੂੰ ਆਪਾਂ ਕਹਿੰਦੇ ਸਥਾਈ, ਪੰਜਾਬੀ 'ਚ ਐਗਜ਼ਾਮੀਨਰ ਸਥਾਈ ਅਸਥਾਈ ਲਿਖ ਦਿੰਦਾ। ਪਰਮਾਨੈਂਟ ਜਿਹੜਾ ਪ੍ਰੈਜ਼ੀਡੈਂਟ ਸੀ ਉਹ ਹੈਗਾ ਸੀਗਾ ਡਾਕਟਰ ਰਜਿੰਦਰ ਪ੍ਰਸਾਦ ਜੀ, ਡਾਕਟਰ ਰਾਜਿੰਦਰ ਪ੍ਰਸਾਦ, ਡਾਕਟਰ ਰਜਿੰਦਰ ਪ੍ਰਸਾਦ। ਤਾਂ ਪੀ ਤੋਂ ਪਰਮਾਨੈਂਟ, ਪੀ ਤੋਂ ਪ੍ਰਸਾਦ, ਜਾਂ ਫਿਰ ਪ੍ਰਸਾਦ ਵੰਡ ਕੇ ਪੱਕਾ ਚੁਣ ਲਿਆ, ਠੀਕ ਹੈ। ਇਹ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਤਾਂ ਪਰਮਾਨੈਂਟਲੀ ਕਦੋਂ ਚੁਣਿਆ ਗਿਆ? ਸੈਕਿੰਡ ਬੈਠਕ ਦੇ ਵਿੱਚ। ਸੈਕਿੰਡ ਕਿਵੇਂ ਯਾਦ ਰੱਖੋਗੇ? 9/11 'ਚ ਚੁਣ ਲਿਆ ਸੀਗਾ ਡਾਕਟਰ ਰਜਿੰਦਰ ਪ੍ਰਸਾਦ। ਜਿਹੜੀ ਹੋਈ ਆ 13 ਦਸੰਬਰ 1946 ਨੂੰ, ਇਹਦੇ ਵਿੱਚ ਕੀ ਸੀਗਾ? ਆਬਜੈਕਟ ਰੈਜੂਲੇਸ਼ਨ, ਨਹਿਰੂ ਜੀ ਦੇ ਆਬਜੈਕਟ ਰੈਜੂਲੇਸ਼ਨ। ਤਾਂ ਇੱਥੇ ਆਪਾਂ ਆਬਜੈਕਟ ਰੈਜੂਲੇਸ਼ਨ, ਠੀਕ ਹੈ, ਰੈਗੂਲੇਸ਼ਨ ਆਪਾਂ ਕਹਿੰਦੇ ਆ। ਤਾਂ ਨਹਿਰੂ ਜੀ ਦੇ ਪ੍ਰਸਤਾਵ, ਕਹਿਣ ਦਾ ਭਾਵ ਸੁਝਾਅ, ਕੁਝ ਨਹਿਰੂ ਜੀ ਦੇ ਸੁਝਾਅ, ਪ੍ਰਸਤਾਵ, ਕੁਝ ਸੁਝਾਅ ਦਿੱਤੇ ਸੀ, ਕੁਝ ਪ੍ਰਸਤਾਵ ਪੇਸ਼ ਕੀਤੇ ਸੀ ਵੀ ਜਿਹੜਾ ਸੰਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਜਾਂ ਇੱਕ ਪ੍ਰਾਇੰਬਲ ਦਾ ਜਿਹੜਾ ਸੁਝਾਅ ਦਿੱਤਾ ਸੀ ਉਹ ਵੀ ਇੱਥੇ ਦਿੱਤਾ ਸੀ ਉਹਨਾਂ ਨੇ, ਜਿਹੜੀ ਪ੍ਰਾਇੰਬਲ ਆਪਾਂ ਅੱਗੇ ਐਕਸਪਲੇਨ ਕਰਾਂਗੇ। ਤਾਂ ਆਬਜੈਕਟ ਰੈਜੂਲੇਸ਼ਨ। ਤਾਂ ਨੈਕਸਟ ਜਿਹੜੀ ਹੋਇਆ ਲਾਸਟ 24 ਜਨਵਰੀ 1950 ਨੂੰ, ਇੱਥੇ ਆਪਾਂ ਕੀ ਕੀਤਾ ਗਾ? ਇੱਥੇ ਇੱਕ ਤਾਂ ਨੈਸ਼ਨਲ ਜਿਹੜਾ ਸਾਡਾ ਸੌਂਗ ਆ, ਨੈਸ਼ਨਲਿਜ਼ਮ ਤੇ ਪ੍ਰੈਜ਼ੀਡੈਂਟ ਆਫ ਇੰਡੀਆ, ਇਹ ਤਿੰਨ ਚੀਜ਼ਾਂ ਨੂੰ ਆਪਾਂ ਇੱਥੇ ਅਪਣਾਇਆ ਗਾ। ਇੱਕ ਤਾਂ ਜਿਹੜਾ ਸਾਡਾ ਰਾਸ਼ਟਰੀ ਗੀਤ ਕਿਹੜਾ ਜੀ ਸਾਡਾ? ਕਈ ਜ਼ਿਆਦਾ ਗਲਤ ਬੋਲ ਦਿੰਦੇ ਇੱਥੇ ਵਿੱਚ ਜਨ ਗਣ ਮਨ, ਨਹੀਂ, ਜਿਹੜਾ ਸਾਡਾ ਰਾਸ਼ਟਰੀ ਗੀਤ ਆ ਉਹ ਹੈਗਾ ਗਾ ਬੰਦੇ ਮਾਤਰਮ, ਜਿਹੜਾ ਬੰਕਮ ਚੰਦਰ ਚੈਟਰ ਜੀ ਦੁਆਰਾ ਲਿਖਿਆ ਗਿਆ ਗਾ, ਜਿਸ ਨੂੰ ਗਾਉਣ ਲਈ 1 ਮਿੰਟ 5 ਸਕਿੰਟ ਲੱਗਦੇ ਆ। ਤੇ ਉਸ ਦਾ ਜਿਹੜਾ ਨਾਵਲ ਸੀ ਇੱਕ ਆਨੰਦ ਮੱਠ, ਉਹਦੇ ਵਿੱਚੋਂ ਲਿਆ ਗਿਆ ਸੀਗਾ, ਠੀਕ ਹੈ। ਤੇ ਪਹਿਲੀ ਵਾਰੀ 1896 ਦੇ ਵਿੱਚ ਕਾਂਗਰਸ ਤੇ ਕਲਕੱਤਾ ਅਧਿਵੇਸ਼ਨ ਦੇ ਵਿੱਚ ਇਸ ਨੂੰ ਜਿਹੜਾ ਗਾਇਆ ਗਿਆ ਸੀਗਾ, ਉਹਨੂੰ ਕਹਿੰਦੇ ਆਪਾਂ ਰਾਸ਼ਟਰੀ ਗੀਤ। ਨੈਕਸਟ ਹੈਗਾ ਜਨ ਗਣ ਮਨ, ਜਿਹੜਾ ਸਾਡਾ ਰਾਸ਼ਟਰੀ ਗਾਣ ਆ, ਇਹ ਰਾਸ਼ਟਰੀ ਗਾਣ, ਠੀਕ ਹੈ। ਇਹ ਜਿਹੜਾ ਲਿਖਿਆ ਆਮ ਤੌਰ 'ਤੇ ਸਾਰਿਆਂ ਨੂੰ ਪਤਾ ਹੁੰਦਾ, ਰਵਿੰਦਰ ਨਾਥ ਟੈਗੋਰ, ਜਿਹੜੇ ਇੱਕ ਬੰਗਾਲੀ ਰਾਈਟਰ ਸੀਗੇ, ਠੀਕ ਹੈ। ਤਾਂ ਉਹਨਾਂ ਨੇ ਲਿਖਿਆ ਸੀਗਾ ਤੇ ਇਸ ਨੂੰ ਗਾਉਣ ਲਈ ਜਿਹੜਾ ਸਮਾਂ ਲੱਗਦਾ 52 ਸੈਕਿੰਡ, ਠੀਕ ਹੈ। ਪਹਿਲੀ ਵਾਰੀ ਇਹ ਵੀ ਕਾਂਗਰਸ ਤੇ ਕਲਕੱਤਾ ਅਧਿਵੇਸ਼ਨ ਦੇ ਵਿੱਚ ਗਾਇਆ ਗਿਆ ਸੀਗਾ 1911 ਦੇ ਵਿੱਚ, ਠੀਕ ਹੈ। ਤਾਂ ਇਹ ਵੀ ਜਿਹੜਾ ਇਹ ਦੋਵੇਂ ਜਿਹੜਾ ਅਸੀਂ ਰਾਸ਼ਟਰੀ ਗੀਤ ਤੇ ਰਾਸ਼ਟਰੀ ਗਾਣ, ਇਹ ਅਸੀਂ ਕਦੋਂ ਅਪਣਾਏ ਨੇ? ਇਹ ਅਸੀਂ ਅਪਣਾਏ ਨੇ 24 ਜਨਵਰੀ 1950 ਨੂੰ ਅਪਣਾਏ ਗਏ। ਤਾਂ ਕਹਿਣ ਦਾ ਭਾਵ ਅਸੀਂ ਇਹ ਇਸ ਦਿਨ ਡਿਸਾਈਡ ਕੀਤਾ ਵੀ ਜਿਹੜਾ ਸਾਡਾ ਰਾਸ਼ਟਰੀ ਗੀਤ ਬੰਦੇ ਮਾਤਰਮ, ਜਿਹੜਾ ਰਾਸ਼ਟਰੀ ਗਾਣ ਆ ਉਹ ਜਨ ਗਣ ਮਨ, ਠੀਕ ਹੈ। ਤਾਂ ਇਹ ਜਿਹੜੇ ਅਪਣਾਏ ਗਏ ਨੇ, ਇਹ ਕਦੋਂ ਅਪਣਾਏ ਨੇ? ਕੁਐਸਚਨ ਪੁੱਛਿਆ ਜਾਂਦਾ, ਪਿਛਲੀ ਵਾਰੀ ਪਟਵਾਰੀ 'ਚ ਵੀ ਆਇਆ ਸੀਗਾ, ਠੀਕ ਹੈ। ਤਾਂ ਇਹ ਆਪਾਂ ਯਾਦ ਰੱਖ ਸਕਦੇ ਤੇ ਦੋਨੇ ਜਿਹੜੇ ਆ। ਤੇ ਇੱਕ ਆਪਾਂ ਇਸ ਦਿਨ ਕੀ ਕੀਤਾ, ਜਿਹੜਾ ਸਾਡਾ ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ, ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਡਾਕਟਰ ਰਜਿੰਦਰ ਪ੍ਰਸਾਦ, ਠੀਕ ਹੈ। ਤੇ ਡਾਕਟਰ ਰਜਿੰਦਰ ਪ੍ਰਸਾਦ ਨੂੰ ਰਾਸ਼ਟਰਪਤੀ ਚੁਣਿਆ ਸੀ। ਕੀ ਚੁਣਿਆ ਜੀ ਅਸੀਂ? ਰਾਸ਼ਟਰਪਤੀ ਇਸ ਦਿਨ ਚੁਣਿਆ ਸੀਗਾ। ਇਹ 'ਤੇ ਕੁਐਸਚਨ ਬਣਦਾ ਹੁੰਦਾ ਵੀ ਜਿਹੜਾ ਕਿਹੜਾ ਰਾਸ਼ਟਰਪਤੀ ਜਿਹੜਾ ਸੰਵਿਧਾਨ ਸਭਾ ਦੁਆਰਾ ਚੁਣਿਆ ਗਿਆ ਸੀਗਾ, ਉਹ ਇੱਕਮਾਤਰ ਰਾਸ਼ਟਰਪਤੀ ਕਿਹੜਾ ਗਾ? ਡਾਕਟਰ ਰਜਿੰਦਰ ਪ੍ਰਸਾਦ, ਜਿਹੜਾ ਕਿ 2 ਵਾਰ ਜਿਹੜਾ ਇਹ ਰਾਸ਼ਟਰਪਤੀ ਰਿਹਾ ਗਾ। ਤਾਂ ਪਹਿਲੀ ਵਾਰ ਇਸ ਨੂੰ ਕੀ ਕੀਤਾ ਸੀਗਾ? ਸੰਵਿਧਾਨ ਸਭਾ ਦੁਆਰਾ ਚੁਣਿਆ ਗਿਆ ਸੀਗਾ। ਤਾਂ ਇੱਥੇ ਜਿਹੜੀਆਂ ਕਵਰ ਕਰ ਰਹੇ ਨੇ ਆਪਾਂ 4 ਮੀਟਿੰਗਸ, ਠੀਕ ਹੈ। ਤੇ ਇੱਥੇ ਜਿਹੜਾ ਆਮ ਤੌਰ 'ਤੇ ਕੁਐਸਚਨ ਪੁੱਛਿਆ ਜਾਂਦਾ ਵੀ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕਿਹੜਾ ਸੀਗਾ, ਅਸਥਾਈ ਪ੍ਰਧਾਨ ਕਿਹੜਾ ਸੀਗਾ? ਸਥਾਈ ਹੈਗਾ ਸੀਗਾ ਡਾਕਟਰ ਆਪਣਾ ਸੱਚਦਾਨੰਦ ਤੇ ਸਥਾਈ ਹੈਗਾ ਸੀਗਾ ਡਾਕਟਰ ਰਜਿੰਦਰ ਪ੍ਰਸਾਦ, ਠੀਕ ਹੈ। ਤੇ ਲਾਸਟ ਮੀਟਿੰਗ ਦੇ ਵਿੱਚ ਕੀ ਕੀਤਾ ਸੀ? ਰਾਸ਼ਟਰੀ ਗੀਤ, ਰਾਸ਼ਟਰੀ ਗਾਣ ਤੇ ਜਿਹੜਾ ਸਾਡੇ ਦੇਸ਼ ਦਾ ਰਾਸ਼ਟਰਪਤੀ ਆ ਰਜਿੰਦਰ ਪ੍ਰਸਾਦ, ਉਸ ਨੂੰ ਜਿਹੜਾ ਅਪਣਾਇਆ ਗਾ, ਠੀਕ ਹੈ। ਤੇ ਉਸ ਨੂੰ ਕਹਿਣ ਦਾ ਭਾਵ ਚੁਣਿਆ ਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੰਵਿਧਾਨ ਸਭਾ ਲਈ ਕੁੱਲ ਕਿੰਨੀਆਂ ਕਮੇਟੀਆਂ ਜਿਹੜੀਆਂ ਗਠਿਤ ਹੋਈਆਂ ਨੇ। ਇਹ ਵੀ ਜਿਹੜਾ ਪੇਪਰ ਆਪਣਾ ਪੀਟੈਟ ਦੇ ਵਿੱਚ 2015 ਦੇ ਵਿੱਚ ਪੁੱਟ ਕੀਤਾ ਗਿਆ ਸੀਗਾ ਵੀ ਸੰਵਿਧਾਨ ਨੂੰ ਬਣਾਉਣ ਲਈ ਕੁੱਲ ਕਿੰਨੀਆਂ ਕਮੇਟੀਆਂ ਗਠਿਤ ਕੀਤੀਆਂ ਗਈਆਂ ਸੀਗੀਆਂ। ਤਾਂ ਇਹਦਾ ਆਨਸਰ ਇੱਥੇ ਆਪਾਂ ਕਈ ਵਾਰੀ 11 ਤੇ 22 ਚੁਲਦੇ ਜਾਂਦੇ ਆ ਵੀ ਜਿਹੜਾ 11 ਸੀ ਉਹ ਮੀਟਿੰਗ ਨੇ। 11 ਕੀ ਆ? ਮੀਟਿੰਗ। ਜਿਵੇਂ ਆਪਾਂ ਕੋਈ ਚੀਜ਼ ਨੂੰ ਸ਼ੁਰੂਆਤ ਕਰਦੇ ਤਾਂ ਮੀਟਿੰਗ ਕਰਦੇ ਆਪਾਂ, ਠੀਕ ਹੈ। ਤਾਂ ਮੀਟਿੰਗਾਂ 11 ਨੇ ਤੇ ਜਿਹੜਾ ਕਮੇਟੀਆਂ ਨੇ, ਤਾਂ ਕਮੇਟੀਆਂ ਕਿੰਨੀਆਂ ਸੀਗੀਆਂ? ਟੋਟਲ 22 ਕਮੇਟੀਆਂ। ਸੰਵਿਧਾਨ ਸਭਾ ਨੂੰ ਬਣਾਉਣ ਲਈ ਕੁੱਲ ਕਿੰਨੀਆਂ ਕਮੇਟੀਆਂ ਬਣੀਆਂ ਸੀਗੀਆਂ? 22 ਕਮੇਟੀਜ਼ ਜਿਹੜੀਆਂ 22 ਕਮੇਟੀਜ਼ ਬਣੀਆਂ ਨੇ, ਕਾ 22 ਕਮੇਟੀਆਂ। ਤਾਂ ਇਹਦੇ ਵਿੱਚ ਕੀ ਆ? ਸਭ ਤੋਂ ਜਿਹੜੀ ਮੋਸਟ ਇੰਪੋਰਟੈਂਟ ਕਮੇਟੀ ਕਹਿ ਸਕਦੇ ਆ ਉਹ ਹੈਗੀ ਆ ਡਰਾਫਟਿੰਗ ਕਮੇਟੀ। ਆਪਾਂ ਉਹਨੂੰ ਇੰਗਲਿਸ਼ 'ਚ ਯਾਦ ਰੱਖਣਾ ਕਿਉਂਕਿ ਪੰਜਾਬੀ ਦੇ ਵਿੱਚ ਉਹਦੇ ਐਕਸਟਰਾ ਜਿਹੜੇ ਨਾਮ ਨੇ, ਜਿਵੇਂ ਖਰੜਾ ਕਮੇਟੀ ਕਹਿੰਦੇ, ਖਰੜਾ, ਜਾਂ ਫਿਰ ਉਹਨੂੰ ਆਧਾਰਭੂਤ ਕਮੇਟੀ ਲਿਖਣ ਲੱਗ ਜਾਂਦੇ, ਜਾਂ ਫਿਰ
ਉਹਨੂੰ ਡਰਾਫਟਿੰਗ ਹੀ ਪੰਜਾਬੀ 'ਚ ਜਾ ਕੇ ਲਿਖ ਦੂਗਾ। ਤਾਂ ਇਸ ਕਰਕੇ ਆਪਾਂ ਇੰਗਲਿਸ਼ ਯਾਦ ਰੱਖਣਾ ਵੀ ਜਿਹੜਾ ਡਰਾਫਟਿੰਗ ਕਮੇਟੀ ਦਾ ਪ੍ਰਧਾਨ ਕੌਣ ਸੀਗਾ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਕਰਾਂਗੇ ਡਰਾਫਟਿੰਗ ਕਮੇਟੀ ਜੀ। ਡਰਾਫਟਿੰਗ ਕਮੇਟੀ ਇਹਦੇ 7 ਮੈਂਬਰ ਸੀਗੇ। ਆਪਣਾ ਡਾਕਟਰ ਬੀ ਆਰ ਅੰਬੇਦਕਰ ਦੇ ਸੰਪੇਤ। ਠੀਕ ਹੈ, ਜਿਹੜੇ ਆਪਾਂ ਲਾਸਟ ਦੇ ਵਿੱਚ ਐਕਸਪਲੇਨ ਕਰਾਂਗੇ ਡਰਾਫਟਿੰਗ ਕਮੇਟੀ। ਤਾਂ ਜਿਹੜਾ ਪ੍ਰਧਾਨ ਕੌਣ ਸੀਗਾ, ਡਾਕਟਰ ਬੀ ਆਰ ਅੰਬੇਦਕਰ ਜੀ। ਬੀ ਆਰ ਅੰਬੇਦਕਰ। ਠੀਕ ਹੈ, ਟ੍ਰਿਕ ਵੀ ਯਾਦ ਰੱਖ ਸਕਦੇ ਆਪਾਂ ਵੀ ਡਰਾਫਟ ਸੰਵਿਧਾਨ ਦਾ ਡਰਾਫਟ ਜਾਂ ਕਿਹਨੇ ਤਿਆਰ ਕੀਤਾ ਹੋਊ, ਬਣਤਰ ਕਿਹਨੇ ਤਿਆਰ ਕੀਤੀ ਹੋਊ, ਤਾਂ ਕੌਣ ਕਿਹਦਾ ਰੋਲ ਆਉਂਦਾ, ਬੀ ਆਰ ਅੰਬੇਦਕਰ ਦਾ। ਇਸ ਕਰਕੇ ਬਾਰ-ਬਾਰ ਪੇਪਰ 'ਚ ਰਿਪੀਟ ਹੋ ਰਹੀ ਆ ਵੀ ਇਹ ਡਰਾਫਟਿੰਗ ਕਮੇਟੀ ਦਾ ਪ੍ਰਧਾਨ ਕੌਣ ਸੀਗਾ, ਤਾਂ ਡਾਕਟਰ ਬੀ ਆਰ ਅੰਬੇਦਕਰ। ਮੋਸਟ ਇੰਪੋਰਟੈਂਟ ਕਮੇਟੀ ਆ, ਮੋਸਟ ਇੰਪੋਰਟੈਂਟ ਕਮੇਟੀ। ਠੀਕ ਆ, 7 ਮੈਂਬਰ ਸੀ, 7 ਮੈਂਬਰ ਜਿਹੜੇ ਆਪਾਂ ਬਾਅਦ ਦੇ ਵਿੱਚ ਲਿਖਾਂਗੇ। ਜਿਹੜੀ ਇਹਦੀ ਬਾਕੀ ਕਿਹੜੇ ਮੈਂਬਰ ਸੀ, ਠੀਕ ਆ, ਉਹਨਾਂ ਦੇ ਕਈ ਵਾਰੀ ਨਾਮ ਪੁੱਟ ਕੀਤੇ ਜਾਂਦੇ ਆ, ਤਾਂ ਉਹ ਵੀ ਆਪਾਂ ਅੱਗੇ ਜਾ ਕੇ ਕਰਾਂਗੇ। ਨੈਕਸਟ ਕਮੇਟੀ ਨੂੰ ਯਾਦ ਰੱਖ ਲਈ ਆਪਾਂ ਇੱਕ ਟ੍ਰਿਕ ਲਿਖਾਂਗੇ। ਟ੍ਰਿਕ ਕੀ ਆ, ਪੀਸੀਐਸ ਟ੍ਰਿਕ ਆ। ਤਾਂ ਪੀਸੀਐਸ ਦਾ ਪੇਪਰ ਹੁੰਦਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਪੀਸੀਐਸ। ਠੀਕ ਆ, ਪੀਸੀਐਸ ਦਾ ਟ੍ਰਿਕ ਆਪਾਂ ਯਾਦ ਰੱਖਾਂਗੇ ਜਵਾਹਰ ਲਾਲ ਨਹਿਰੂ। ਜਿਹੜਾ ਜਵਾਹਰ ਲਾਲ ਨਹਿਰੂ ਨੇ ਪੀਸੀਐਸ ਦਾ ਪੇਪਰ ਦਿੱਤਾ ਹੋਏਗਾ। ਠੀਕ ਹੈ, ਪੀਸੀਐਸ। ਤਾਂ ਇਹਦੇ ਕਮੇਟੀਆਂ ਦੇ ਨਾਮ ਕੀ ਆ, ਸਭ ਤੋਂ ਪਹਿਲਾਂ ਜਿਵੇਂ ਫਸਟ ਹੈਗੀ ਡਰਾਫਟਿੰਗ, ਸੈਕਿੰਡ ਆ ਗਈ ਪੀ ਤੇ ਪਾਵਰ ਕਮੇਟੀ। ਪੀ ਤੇ ਕਿਹੜੀ ਆ ਗਈ ਜੀ, ਪਾਵਰ ਕਮੇਟੀ। ਨੰਬਰ 3 ਤੇ ਹੈਗਾ ਸੀ ਤੇ ਕਾਂਸਟੀਟਿਊਸ਼ਨ ਕਮੇਟੀ। ਸੀ ਤੇ ਹੈਗੀ ਆ ਕਾਂਸਟੀਟਿਊਸ਼ਨ ਕਮੇਟੀ। ਥਰਡ ਤੇ ਹੈਗੀ ਆ 4th ਤੇ ਸਟੇਟ ਕਮੇਟੀ। ਤਾਂ ਤਿੰਨਾਂ ਦਾ ਜਿਹੜਾ ਪ੍ਰਧਾਨ ਸੀਗਾ ਉਹ ਕੌਣ ਸੀਗਾ ਜੀ, ਉਹ ਹੈਗਾ ਸੀਗਾ ਆਪਣਾ ਜਵਾਹਰ ਲਾਲ ਨਹਿਰੂ। ਠੀਕ ਆ, ਤਾਂ ਦੇਖੋ ਪੀਸੀਐਸ, ਤਾਂ ਇਹ ਟ੍ਰਿਕ ਬਣ ਗਿਆ ਪੀਸੀਐਸ। ਪੀ ਤੇ ਪਾਵਰ, ਸੀ ਤੇ ਕਾਂਸਟੀਟਿਊਸ਼ਨ ਸੰਵਿਧਾਨ ਕਮੇਟੀ ਕਹਿੰਦਾ, ਐਸ ਤੇ ਸਟੇਟ ਸੰਘ ਕਮੇਟੀ। ਤਾਂ ਤਿੰਨਾਂ ਦਾ ਪ੍ਰਧਾਨ ਕੌਣ ਸੀਗਾ, ਆਪਣਾ ਜਵਾਹਰ ਲਾਲ ਨਹਿਰੂ। ਨੈਕਸਟ ਕਮੇਟੀ ਦੀ ਗੱਲ ਕਰਦੇ ਹਾਂ 5th ਫੰਡਾਮੈਂਟਲ ਰਾਈਟ ਤੇ ਮਿਨੋਰਟੀ ਰਾਈਟ। ਜਿਹੜੀ ਆ 2 ਕਮੇਟੀਆਂ ਨੇ। ਫੰਡਾਮੈਂਟਲ ਰਾਈਟ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ, ਜਿਹੜੇ ਆਪਾਂ ਪਾਰਟ 3 ਦੇ ਵਿੱਚ ਪੜਾਂਗੇ। ਤਾਂ ਨੈਕਸਟ ਜਿਹੜੀ 5th ਕਮੇਟੀ ਆ ਫੰਡਾਮੈਂਟਲ ਰਾਈਟ ਕਹਿਣ ਦਾ ਭਾਵ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ ਉਹ ਕਮੇਟੀ ਸੀ ਇੱਕ। ਨੈਕਸਟ ਹੈਗੀ ਆ 6th ਤੇ ਮਿਨੋਰਟੀ ਰਾਈਟ। MINORITY ਮਿਨੋਰਟੀ ਰਾਈਟ। ਠੀਕ ਹੈ, ਮਿਨੋਰਟੀ ਕੀ ਹੁੰਦੀ ਆ, ਇਹ 2 ਕਮੇਟੀਆਂ ਸੀ। ਮਿਨੋਰਟੀ ਅਲਪ ਸੰਖਿਅਕ, ਜਿਹੜੇ ਘੱਟ ਸੰਖਿਆ ਦੇ ਵਿੱਚ ਹੁੰਦੇ ਨੇ। ਠੀਕ ਹੈ, ਜਿਵੇਂ ਪੰਜਾਬ ਦੇ ਵਿੱਚ ਗੱਲ ਕਰ ਲਈਏ ਸਿੱਖ ਹੋ ਗਏ, ਮੁਸਲਿਮ, ਪਰਸ਼ੀਅਨ, ਬੋਧੀ, ਜੈਨੀ। ਠੀਕ ਹੈ, ਇਹ ਸਾਰੇ ਕੀ ਆ, ਮਿਨੋਰਟੀ ਦੇ ਵਿੱਚ ਆਉਂਦੇ ਆ ਕਹਿਣ ਦਾ ਭਾਵ। ਠੀਕ ਹੈ, ਤਾਂ ਇਹਨਾਂ ਦਾ ਜਿਹੜਾ ਪ੍ਰਧਾਨ ਸੀਗਾ ਸਰਦਾਰ ਵੱਲਭ ਭਾਈ ਪਟੇਲ। ਜਿਹਦੀ ਗੁਜਰਾਤ ਦੇ ਵਿੱਚ ਸਭ ਤੋਂ ਉੱਚੀ ਮੂਰਤੀ ਲੱਗੀ ਆ। ਠੀਕ ਹੈ, ਉਹਨੂੰ ਕਹਿੰਦੇ ਸਰਦਾਰ ਵੱਲਭ ਭਾਈ ਪਟੇਲ। ਠੀਕ ਹੈ, ਤਾਂ ਇੱਥੋਂ ਇੱਕ ਟ੍ਰਿਕ ਫੜ ਸਕਦੇ ਹੋ, ਰਾਈਟ ਦੀ ਗੱਲ ਕੌਣ ਕਰਦੇ ਆ, ਸਰਦਾਰ ਲੋਕ। ਤਾਂ ਸਰਦਾਰ ਤੋਂ ਸਰਦਾਰ ਵੱਲਭ ਭਾਈ ਪਟੇਲ। ਜਾਂ ਫਿਰ ਇੱਕ ਟ੍ਰਿਕ ਹੋਰ ਫੜਦੇ ਆ ਫੰਡਾਮੈਂਟਲ ਰਾਈਟ, ਜਿਹੜੇ ਸਾਡੇ ਲਈ ਬਹੁਤ ਜ਼ਰੂਰੀ ਆ, ਸਾਡੇ ਲਈ ਫੈਸਿਲਿਟੀਆਂ ਨੇ। ਠੀਕ ਹੈ, ਤੇ ਨੈਕਸਟ ਮਿਨੋਰਟੀ ਰਾਈਟ। ਇਹ ਵੀ ਸਾਡੇ ਲਈ ਬਹੁਤ ਜ਼ਰੂਰੀ ਆ। ਉਸ ਦੀ ਗੱਲ ਕਿਹਨੇ ਕੀਤੀ ਹੋਊ, ਵੱਲਭ ਭਾਈ ਪਟੇਲ ਨੇ। ਤਾਂ ਹੀ ਜਿਹੜੀ ਉਹਦੀ ਇੰਡੀਆ ਦੇ ਵਿੱਚ ਸਭ ਤੋਂ ਜਿਹੜੀ ਉੱਚੀ ਮੂਰਤੀ ਹੈ ਜਿਹੜੀ ਉਹ ਬਣਾਈ ਗਈ ਆ। ਠੀਕ ਹੈ, ਗੁਜਰਾਤ ਦੇ ਵਿੱਚ। ਤਾਂ ਇਹ ਦੋਨਾਂ ਕਮੇਟੀ ਦਾ ਪ੍ਰਧਾਨ ਕੌਣ ਸੀਗਾ, ਸਰਦਾਰ ਵੱਲਭ ਭਾਈ ਪਟੇਲ। ਨੈਕਸਟ ਆਪਾਂ ਗੱਲ ਕਰਦੇ ਹਾਂ 7th ਰੂਲਸ ਕਮੇਟੀ। ਜਿਹੜੀ ਰੂਲਸ ਕਮੇਟੀ ਆ ਉਸ ਦਾ ਜਿਹੜਾ ਪ੍ਰਧਾਨ ਕੌਣ ਸੀਗਾ ਰੂਲਸ ਦਾ। ਤੇ ਨੈਕਸਟ ਹੈਗੀ ਆ ਸਟੀਅਰਿੰਗ ਕਮੇਟੀ, ਸੰਚਾਲਨ ਕਮੇਟੀ ਕਹਿੰਦੇ ਨੂੰ ਪੰਜਾਬੀ, ਸਟੀਅਰਿੰਗ ਕਮੇਟੀ। ਤਾਂ ਇਹਨਾਂ ਦੋਨਾਂ ਦਾ ਪ੍ਰਧਾਨ ਕੌਣ ਸੀਗਾ, ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ, ਮੋਸਟ ਇੰਪੋਰਟੈਂਟ ਨਹੀਂ ਜਾ ਸਕਦੇ ਹੋ, ਡਾਕਟਰ ਰਾਜਿੰਦਰ ਪ੍ਰਸਾਦ। ਕੌਣ ਸੀ ਰਾਜਿੰਦਰ ਪ੍ਰਸਾਦ, ਜਿਹੜੇ ਸਾਡੇ ਸੰਵਿਧਾਨ ਸਭਾ ਦੇ ਪਹਿਲੇ ਸਥਾਈ ਅਧਿਅਕਸ਼ ਰਹੇ ਨੇ। ਠੀਕ ਹੈ, ਤੇ ਪਹਿਲੇ ਦੇਸ਼ ਦੇ ਰਾਸ਼ਟਰਪਤੀ ਰਹੇ ਨੇ। ਤਾਂ ਆਪਾਂ ਟ੍ਰਿਕ ਫੜ ਸਕਦੇ ਵੀ ਰੂਲਸ ਦੇਸ਼ ਲਈ ਕੌਣ ਬਣਾਉਂਦਾ, ਜਿਹੜਾ ਸਭ ਤੋਂ ਵੱਡਾ ਜਿਹੜਾ ਅਹੁਦੇਦਾਰ ਹੁੰਦਾ। ਸਭ ਤੋਂ ਵੱਡਾ ਅਹੁਦੇਦਾਰ ਕੌਣ ਹੁੰਦਾ, ਪ੍ਰੈਜ਼ੀਡੈਂਟ ਆਫ ਇੰਡੀਆ। ਸਭ ਤੋਂ ਨੰਬਰ 1 ਤੇ ਜਿਹੜਾ ਉਹਦਾ ਆਉਂਦਾ ਹੁੰਦਾ। ਠੀਕ ਹੈ, ਤੇ ਸਟੀਅਰਿੰਗ ਤੋਂ ਯਾਦ ਰੱਖੋ ਵੀ ਗੱਡੀ ਦਾ ਸਟੀਅਰਿੰਗ। ਤਾਂ ਇਹ ਦੋਨਾਂ ਦਾ ਉਹਦੇ ਹੱਥ ਦੇ ਵਿੱਚ ਆ। ਇੱਥੇ ਪ੍ਰੈਜ਼ੀਡੈਂਟ ਤੋਂ ਆਪਾਂ ਪ੍ਰੈਜ਼ੀਡੈਂਟ ਨਹੀਂ ਯਾਦ ਰੱਖਣਾ, ਫਸਟ ਪ੍ਰੈਜ਼ੀਡੈਂਟ ਆਫ ਇੰਡੀਆ। ਵੀ ਦੇਸ਼ ਲਈ ਰੂਲਸ ਵੀ ਉਹਨੇ ਬਣਾਏ ਹੋਣਗੇ, ਫਸਟ ਪ੍ਰੈਜ਼ੀਡੈਂਟ ਨੇ। ਤੇ ਗੱਡੀ ਦਾ ਜਿਹੜਾ ਸਟੀਅਰਿੰਗ ਆ ਉਹ ਵੀ ਉਹਦੇ ਹੱਥ ਦੇ ਵਿੱਚ ਹੋਏਗਾ, ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਦੇ। ਠੀਕ ਹੈ, ਇਸ ਤਰ੍ਹਾਂ ਯਾਦ ਰੱਖਦੇ ਹਾਂ ਵੀ ਫੰਡਾਮੈਂਟਲ ਰਾਈਟ ਤੇ ਮਿਨੋਰਟੀ ਰਾਈਟ ਜਿਹੜਾ ਸਰਦਾਰ ਵੱਲਭ ਭਾਈ ਪਟੇਲ। ਨੈਕਸਟ ਰੂਲਸ ਕਮੇਟੀ ਤੇ ਸਟੀਅਰਿੰਗ ਕਮੇਟੀ ਦਾ ਪ੍ਰਧਾਨ ਹੈਗਾ ਡਾਕਟਰ ਰਾਜਿੰਦਰ ਪ੍ਰਸਾਦ। ਐਂਡ ਲਾਸਟ ਜਿਹੜੀ ਆ ਇੰਪੋਰਟੈਂਟ ਕਮੇਟੀ ਹੈ ਫਲੈਗ
ਫਲੈਗ ਕਮੇਟੀ ਦਾ ਜਿਹੜਾ ਪ੍ਰਧਾਨ ਕੌਣ ਸੀਗਾ? ਫਲੈਗ ਹੈਗਾ ਝੰਡਾ ਸਮਿਤੀ, ਠੀਕ ਹੈ। ਜਿਹੜੀ ਉਪ ਝੰਡਾ ਸਮਿਤੀ ਵੀ ਹੈਗੀ ਹੈ ਇੱਕ, ਉਪ ਸਬ ਕਮੇਟੀ ਬੋਲਦੇ ਆ, ਉਹ ਤਾਂ ਡਾਕਟਰ ਰਜਿੰਦਰ ਪ੍ਰਸਾਦ ਆ, ਠੀਕ ਹੈ। ਬਟ ਇੱਥੇ ਕੀ ਆ, ਫਲੈਗ ਕਮੇਟੀ ਦਾ ਹੈਗਾ JP ਕਿਰਪਲਾਨੀ, ਠੀਕ ਹੈ। ਤਾਂ ਇਹ ਸੁਚੇਤਾ ਕਿਰਪਲਾਨੀ ਦਾ ਜਿਹੜਾ ਹਸਬੈਂਡ ਸੀਗਾ, ਜਿਹੜੇ ਕਿ ਯੂਪੀ ਦੀ ਜਿਹੜੀ ਦਿੱਲੀ ਦੀ ਜਿਹੜੀ ਆਪਣੀ ਪਹਿਲੀ ਜਿਹੜੀ ਆਪਣੀ CM ਬਣੀ ਸੀ, ਕਹਿਣ ਦਾ ਭਾਵ ਸੁਚੇਤਾ ਕਿਰਪਲਾਨੀ ਯੂਪੀ ਤੋਂ, ਠੀਕ ਹੈ। ਤਾਂ ਫਲੈਗ ਦਾ ਸੰਬੰਧ ਇਹਨੂੰ ਆਪਾਂ ਕਿਵੇਂ ਰੱਖਾਂਗੇ? ਟ੍ਰਿਕ ਵਾਇਜ਼ ਫਲੈਗ ਦਾ ਹੈਗਾ ਝੰਡਾ, ਇਧਰੋਂ ਕੀ ਆ ਕਿਰਪਾਨ, ਤੇ ਦੋਨਾਂ ਦਾ ਜਿਹੜਾ ਸਿੱਖ ਧਰਮ ਦੇ ਵਿੱਚ ਰੋਲ ਆ, ਫਲੈਗ ਤੇ ਐਂਡ ਦੇ ਤੇ ਕੀ ਆ ਗਿਆ ਝੰਡਾ। ਤਾਂ ਦੋਨਾਂ ਜਿਹੜਾ ਕਮੇਟੀ ਦਾ ਪ੍ਰਧਾਨ ਸੀ ਇਹਦਾ JP ਕਿਰਪਲਾਨੀ ਆ, ਠੀਕ ਹੈ। ਸੋ ਅੱਜ ਜਿਹੜਾ ਦਾ ਲੈਕਚਰ ਜਿਹੜਾ ਆਪਣਾ ਇੱਥੇ ਕੰਪਲੀਟ ਹੁੰਦਾ। ਕੱਲ੍ਹ ਜਿਹੜਾ ਇਸ ਤੋਂ ਆਪਾਂ ਅੱਗੇ ਸਟਾਰਟ ਕਰਾਂਗੇ। ਥੈਂਕ ਯੂ ਵੈਰੀ ਮਚ।